ਭਰਾਵਾਂ ਦੇ ਪਿਆਰ ਨੂੰ ਨਜ਼ਰ ਖਾ ਗਈ। ਨਿੱਕਾ ਭਰਾ ਨਾ ਲੱਭਾ ਤੇ ਮੈਂ ਆਪਣੀ ਜਾਨ ਦੇ ਦਿਆਂਗਾ। ਇਤਨਾ ਜ਼ਿਆਦਾ ਪਿਆਰ ਸੀ ਦੋਵਾਂ ਭਰਾਵਾਂ। ਜਵਾਨ ਕਹਿੰਦਾ ਮੇਰੀ 13 ਸਾਲ ਉਮਰ ਸੀ ਤੇ ਸਾਡੇ ਘਰ ਨਿੱਕਾ ਭਰਾ ਜਿਸਲੇ ਪੈਦਾ ਹੋਇਆ ਮੈਨੂੰ ਸਮਝ ਨਹੀਂ ਸੀ ਆਉਂਦੀ ਮੈਂ ਉਹਨੂੰ ਕਿਸ ਤਰ੍ਹਾਂ ਚੁੱਕਾਂ। ਇਤਨਾ ਜ਼ਿਆਦਾ ਮੈਂ ਖੁਸ਼ ਸਾਂ। ਕਹਿੰਦਾ ਮੈਂ ਉਹਨੂੰ ਆਪਣੇ ਨਾਲੋਂ ਲਾਂਦੇ ਹੀ ਕੋਈ ਨਹੀਂ ਸੀ। ਘਰ ਦੇ ਨਾ ਕਰਿਆ ਕਰ ਬਿਮਾਰ ਹੋ ਜਾਏਗਾ, ਲੇਕਿਨ ਕਹਿੰਦਾ ਮੈਨੂੰ ਚਾਅ ਹੀ ਇਤਨਾ ਚੜਿਆ ਸੀ। ਕਹਿੰਦਾ ਜੂੰ ਉਹ ਵੱਡਾ ਹੋਇਆ ਮੈਨੂੰ ਆਪਣੇ ਕੋਲ ਸਵਾਲਦਾ ਸਾਂ। ਅੰਮਾ ਨੂੰ ਕਹਿੰਦਾ ਕਿ ਤੁਸੀਂ ਛੱਡ ਦਿਓ, ਮੈਂ ਆਪੂ ਇਹਦਾ ਖਿਆਲ ਰੱਖਾਂ। ਕਹਿੰਦਾ ਮੈਂ ਸਕੂਲੋਂ ਜਿਸਲੇ ਆਉਣਾ ਇਹਦੇ ਵਾਸਤੇ ਟਾਫੀਆਂ ਕੋਈ ਨਾ ਕੋਈ ਚੀਜ਼ ਮੈਂ ਲੈ ਕੇ ਆਉਂਦਾ ਸਾਂ। ਸਾਰਾ ਦਿਨ ਮੈਂ ਉਹਦੇ ਨਾਲ ਖੇਡਦਾ ਰਹਿੰਦਾ ਸਾਂ। ਕਹਿੰਦਾ ਆਸਤਾ ਆਸਤਾ ਵੱਡੇ ਹੁੰਦੇ ਗਏ। ਕਹਿੰਦਾ ਮੇਰੀ ਛਾਤੀ ਦੇ ਉੱਤੇ ਉਹ ਸੌਂਦਾ ਸੀ। ਕਹਿੰਦਾ ਜੂੰ ਹੀ ਮੇਰੀ 20 ਸਾਲ ਉਮਰ ਹੋਈ ਹੈ ਤੇ ਘਰ ਦੇ ਅੰਦਰ ਪੁੱਤਰ ਤੇਰੇ ਵਾਸਤੇ ਸੋਦੀਆ ਦਾ ਵੀਜ਼ਾ ਆਇਆ, ਤੈਨੂੰ ਅਸੀਂ ਸੋਦੀਆ ਟੋਰਨਾ। ਕਹਿੰਦਾ ਮੈਂ ਕਿਹਾ ਮੈਂ ਨਹੀਂ ਸੋਦੀਆ ਜਾਣਾ, ਮੈਂ ਇੱਥੇ ਕੋਈ ਕੰਮ ਕਰ ਆਉਣਾ। ਨਹੀਂ ਪੁੱਤਰ ਤੂੰ ਜਾਣਾ ਹੀ ਜਾਣਾ, ਫ੍ਰੀ ਵੀਜ਼ਾ ਲੱਭਾ। ਕਹਿੰਦਾ ਉਹਨਾਂ ਮੇਰਾ ਵੀਜ਼ਾ ਲਵਾਇਆ ਤੇ ਮੈਨੂੰ ਸੋਦੀਆ ਟੋਰ ਦਿੱਤਾ। ਕਹਿੰਦਾ ਜੂੰ ਹੀ ਮੈਂ ਸੋਦੀਆ ਪਹੁੰਚਿਆ 2 ਦਿਨ ਬਾਅਦ ਮੈਨੂੰ ਫੋਨ ਕੀਤੀ ਉਹਨੇ ਕਿ ਨਿੱਕਾ ਭਰਾ ਮੇਰਾ ਜਿਹੜਾ ਉਹ ਬਿਮਾਰ ਹੋ ਗਿਆ। ਕਹਿੰਦਾ ਮੈਂ ਕਿਹਾ ਤੁਹਾਨੂੰ ਮੈਂ ਪਹਿਲਾਂ ਹੀ ਆਖਿਆ ਸੀ ਕਿ ਮੈਨੂੰ ਨਾ ਟੋਰੋ, ਮੇਰੇ ਬਗੈਰ ਨਹੀਂ ਰਹਿ ਸਕਦਾ। ਉਹਨਾਂ ਕਿਹਾ ਪੁੱਤਰ ਹੁਣ ਅਸੀਂ ਕੀ ਕਰੀਏ। ਕਹਿੰਦਾ 15 ਦਿਨ ਇਸੇ ਤਰ੍ਹਾਂ ਗੁਜ਼ਰੇ, ਦਵਾਈ ਵੀ ਲੈ ਕੇ ਆਏ ਲੇਕਿਨ ਨਿੱਕਾ ਠੀਕ ਨਾ, ਉਹਨੇ ਮੰਜੀ ਕੋ ਨਾ ਛੱਡੀ। ਘਰ ਦੇ ਕਹਿੰਦੇ ਪੁੱਤਰ ਤੇਰੀ ਸੇਰ ਪਿਆ ਕਰਦਾ, ਤੂੰ ਇੰਜ ਕਰ ਇੱਕ ਵਾਰੀ ਪਾਕਿਸਤਾਨ ਆ ਜਾ, ਇਹ ਲਾਵੇ ਮੁੰਡਾ ਜ਼ਿਆਦਾ ਬਿਮਾਰ ਹੋ ਜੇ। ਕਹਿੰਦਾ ਮੈਂ ਕਫੀਲ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਮੈਂ ਪਾਕਿਸਤਾਨ ਜਾਣਾ। ਫਿਰ ਉਹਨੇ ਆਖਿਆ ਤੂੰ ਹੁਣ ਤੇ ਆਏ ਤੇ ਇੰਨੀ ਜਲਦੀ ਤੂੰ ਪਾਕਿਸਤਾਨ ਕੀ ਕਰਨ ਜਾਣਾ। ਕਹਿੰਦਾ ਮੈਨੂੰ ਦੱਸਿਆ ਕਿ ਨਿੱਕਾ ਭਰਾ ਮੇਰਾ ਬਿਮਾਰ ਹੋ ਗਿਆ, ਮੇਰੇ ਬਗੈਰ ਨਹੀਂ ਰਹਿੰਦਾ, ਇਸ ਵਾਸਤੇ ਮੈਂ ਪਾਕਿਸਤਾਨ ਜਾਣਾ। ਉਹਨੇ ਕਿਹਾ ਚੱਲ ਸਹੀ ਹੈ ਲਗਾ ਜਾ ਤੇ ਜਲਦੀ ਵਾਪਸ ਆ ਜੀ। ਕਹਿੰਦਾ ਮੈਂ ਸੋਦੀਆ ਤੋਂ ਫਿਰ ਜਿਹੜੇ ਮੇਰੇ ਕੋਲ ਪੈਸੇ ਆ ਸੀ ਛੋਟੇ ਮੋਟੇ ਮੈਂ ਖਿਡਾਉਣੇ ਲਏ। ਕਹਿੰਦਾ ਮੈਂ ਜਿਸਲੇ ਘਰ ਪਹੁੰਚਿਆ ਤੇ ਨਿੱਕਾ ਮੰਜੀ ਤੇ ਲੰਮਾ ਪਿਆ ਸੀ। ਕਹਿੰਦਾ ਮੈਨੂੰ ਤਾਕੇ ਤੇ ਉਹਨੇ ਦੌੜਾਂ ਹੀ ਲਾ ਦਿੱਤੀਆਂ, ਆ ਕੇ ਮੈਨੂੰ ਕਲਾਵਾ ਮਾਰ ਲਿਆ। ਕਹਿੰਦਾ ਮੈਨੂੰ ਕਲਾਵਾ ਛੱਡਦਾ ਹੀ ਕੋਈ ਨਹੀਂ ਸੀ ਪਿਆ। ਕਹਿੰਦਾ ਮੈਂ ਵੀ ਉਹਨੂੰ ਰੱਜ ਪਿਆਰ ਕੀਤੇ, ਜ਼ਾਹਿਰੀ ਗੱਲ ਹੈ ਉਹਦੇ ਬਗੈਰ ਤੇ ਮੈਂ ਰਹਿ ਹੀ ਨਹੀਂ ਸੀ ਸਕਦਾ। ਕਹਿੰਦਾ ਜਿਸਲੇ ਫਿਰ ਨਾ ਲੱਗਿਆ ਘਰ ਦੇ ਐਂ ਲੱਗਦਾ ਇਹ ਤੇ ਬਿਮਾਰ ਹੈ ਹੀ ਕੋਈ ਨਹੀਂ ਸੀ। ਕਹਿੰਦਾ ਕਾਫੀ ਦੇਰ ਮੇਰੇ ਨਾਲ ਕਲਾਵਾ ਮਾਰ ਕੇ ਰੱਖੀ। ਕਹਿੰਦਾ ਚੱਲ ਛੱਡ ਮੈਂ ਤੇਰੇ ਵਾਸਤੇ ਉਹਨੂੰ ਕੋਈ ਚੀਜ਼ਾਂ ਲੈ ਕੇ ਆਇਆ। ਕਹਿੰਦਾ ਜਿਸਲੇ ਮੈਂ ਉਹਨੂੰ ਤਕਾਏ ਖਿਡਾਉਣੇ ਤੇ ਬੜਾ ਖੁਸ਼ ਹੋਇਆ ਖਿਡਾਉਣੇ ਤਾਕੇ। ਕਹਿੰਦਾ ਮੈਂ ਕਿਹਾ ਮੈਂ ਤੇਰੇ ਵਾਸਤੇ ਖਿਡਾਉਣੇ ਲੈਣ ਗਿਆ ਸਾਂ, ਤੂੰ ਪਿੱਛੋਂ ਕਿਉਂ ਪਰੇਸ਼ਾਨ ਹੋ ਗਏ। ਕਹਿੰਦਾ ਨਹੀਂ ਭਾਈ ਤੂੰ ਹੁਣ ਕਿਧਰੇ ਨਾ ਜਾਈ। ਕਹਿੰਦਾ ਨਹੀਂ ਮੈਂ ਫੇਰ ਜਾਵਾਂਗਾ, ਤੇਰੇ ਵਾਸਤੇ ਚੋਖੀਆਂ ਚੀਜ਼ਾਂ ਲੈ ਕੇ ਆਵਾਂਗਾ ਤਾਂ ਕਿ ਤੂੰ ਉਹਨਾਂ ਨਾਲ ਖੇਡੇ, ਤੈਨੂੰ ਸਾਈਕਲੀ ਵੀ ਮੈਂ ਲੈ ਕੇ ਦੇਣੀ ਹੈ। ਕਹਿੰਦਾ ਬੜਾ ਖੁਸ਼ ਹੋਇਆ। ਕਹਿੰਦਾ ਮੈਂ ਉਹਨੂੰ ਆਖਿਆ ਹੁਣ ਮੈਂ ਜਾਵਾਂ, ਠੀਕ ਹੈ ਭਾਈ ਤੂੰ ਜਾ। ਕਹਿੰਦਾ ਉਹਨੂੰ ਮੈਂ ਸਮਝਾ ਕੇ ਪਿਆਰ ਮੁਹੱਬਤ ਨਾਲ ਮੈਂ ਜਿਹੜਾ ਫੇਰ ਸੋਦੀਆ ਵਾਪਸ ਆ ਗਿਆ। ਕਹਿੰਦਾ ਆ ਕੇ ਮੈਂ ਮਜ਼ਦੂਰੀ ਸ਼ੁਰੂ ਕਰ ਦਿੱਤੀ। ਕਹਿੰਦਾ ਕਈ ਵਾਰ ਵਿੱਚ ਜਿਹੜਾ ਰਾਤੀ ਰੋਣ ਲੱਗ ਪੈਂਦਾ ਮੈਨੂੰ ਯਾਦ ਕਰਕੇ, ਲੇਕਿਨ ਕਹਿੰਦਾ ਆਸਤਾ ਆਸਤਾ ਉਹ ਠੀਕ ਹੋ ਗਿਆ। ਕਹਿੰਦਾ ਜਿਸੇ 24-25 ਸਾਲ ਮੇਰੀ ਉਮਰ ਹੋਈ ਹੈ, ਘਰ ਜਾ ਤੂੰ ਵਾਪਸ ਆ, ਤੇਰੀ ਸ਼ਾਦੀ ਕਰਨੀ ਹੈ। ਕਹਿੰਦਾ ਮੈਂ ਜਿਸਲੇ ਵਾਪਸ ਆਇਆ ਆ ਕੇ ਮੇਰੀ ਸ਼ਾਦੀ ਕੀਤੀ ਨੇ, ਮੈਂ ਆਪਣੀ ਜ਼ਨਾਨੀ ਨੂੰ ਇੱਕੋ ਗੱਲ ਆਖੀ ਹੈ ਕਿ ਨਿੱਕੇ ਭਰਾ ਤੂੰ ਅੱਗੇ ਮੈਨੂੰ ਕੁਝ ਵੀ ਨਹੀਂ ਖਬਰਦਾਰ, ਇਹਦੇ ਬਾਰੇ ਤੂੰ ਕਦੇ ਕੋਈ ਵੀ ਗੱਲ ਕਰੇ। ਕਹਿੰਦੇ ਮੈਂ ਕਿਹਾ ਮੈਂ ਕਿਉਂ ਕਰਨੀ ਹੈ, ਮੇਰਾ ਵੀ ਇਹ ਪੁੱਤਰ ਹੀ ਹੈ, ਜਿਸ ਤਰ੍ਹਾਂ ਤੁਹਾਨੂੰ ਅਜ਼ੀਜ਼ ਹੈ ਇਸ ਤਰ੍ਹਾਂ ਮੈਨੂੰ ਵੀ ਅਜ਼ੀਜ਼ ਹੈ। ਕਹਿੰਦਾ ਬਹਰਹਾਲ ਉਹ ਜ਼ਨਾਨੀ ਮੇਰੀ ਵੀ ਜਿਹੜਾ ਬੜਾ ਉਹਦਾ ਖਿਆਲ ਰੱਖਦੀ ਸੀ। ਕਹਿੰਦਾ ਅੱਗੋਂ ਮੇਰੇ ਬੱਚੇ ਵੀ ਹੋਏ ਨੇ ਤਾਂ ਵੀ ਮੈਂ ਜ਼ਨਾਨੀ ਨੂੰ ਇਹ ਆਖਿਆ ਕਿ ਇਹਨੂੰ ਜ਼ਿਆਦਾ ਅਹਿਮੀਅਤ ਦੇਣੀ ਹੈ ਸਭ ਤੋਂ ਆਪਣੇ ਬੱਚਿਆਂ ਤੋਂ ਵੀ। ਕਹਿੰਦਾ ਉਹ ਐਸੇ ਤਰ੍ਹਾਂ ਕਰਦੀ ਸੀ। ਕਹਿੰਦਾ ਮੈਂ ਫਿਰ ਸੋਦੀਆ ਟੁਰ ਗਿਆ, ਇਸ ਵੇਲੇ ਉਹਦੀ ਉਮਰ ਹੋਈ ਹੈ 20 ਕੁ ਸਾਲ। ਕਹਿੰਦਾ ਫਿਰ ਉਹ ਵੀ ਕਹਿੰਦਾ ਕਿ ਮੈਂ ਸ਼ਾਦੀ ਕਰਨੀ ਹੈ। ਕਹਿੰਦਾ ਮੈਂ ਕਿਹਾ ਠੀਕ ਹੈ ਤੂੰ ਸ਼ਾਦੀ ਕਰਨੀ ਹੈ ਤੇ ਤੇਰੀ ਸ਼ਾਦੀ ਕਰ ਦੇਣਾ, ਕਿਹੜਾ ਕੋਈ ਵੱਡਾ ਮਸਲਾ ਹੈ। ਕਹਿੰਦਾ ਮੈਂ ਅੰਮਾ ਨਾਲ ਗੱਲ ਕੀਤੀ ਕਿ ਚਲੋ ਇਹਦੇ ਵਾਸਤੇ ਹੁਣ ਕੁੜੀ ਤੱਕੋ। ਕਹਿੰਦਾ ਜਿਸ ਵੇਲੇ ਨਾ ਕੁੜੀ ਤੱਕੀ, ਕੁੜੀ ਪਸੰਦ ਆ ਗਈ, ਆਪਣੇ ਰਿਸ਼ਤੇਦਾਰਾਂ ਵਿੱਚੋਂ ਹੀ ਸੀ। ਕਹਿੰਦਾ ਮੈਂ ਅੰਮਾ ਨੂੰ ਆਖਿਆ ਕਿ ਰੱਜ ਜ਼ੇਵਰ ਜਿਹੜਾ ਇਹਦੇ ਵਾਸਤੇ ਬਣਵਾਉਣਾ, ਬਿਲਕੁਲ ਤੁਸੀਂ ਕੰਜੂਸੀ ਨਹੀਂ ਕਰਨੀ। ਕਹਿੰਦਾ ਅੱਗੋਂ ਜ਼ਨਾਨੀ ਮੇਰੇ ਕੋਲ ਜਿਹੜਾ ਜ਼ੇਵਰ ਹੈ ਸੀ ਉਹ ਵੀ ਮੈਂ ਲੈ ਲਿਆ। ਕਹਿੰਦਾ ਮੈਂ ਕਿਹਾ ਅੰਮਾ ਜੀ ਇਹ ਵੀ ਲੈ ਲਓ ਤੇ ਚੰਗਾ ਜ਼ੇਵਰ ਪਾਣਾ ਨਿੱਕੇ ਦੀ ਜਿਹੜੀ ਦੁਲਹਨ ਹੈ। ਕਹਿੰਦਾ ਉਹ ਇਸੇ ਤਰ੍ਹਾਂ ਕੀਤਾ, ਚੰਗਾ ਜਿਹੜਾ ਜ਼ੇਵਰ ਹੈ ਉਹ ਅਸਾਂ ਬਣਵਾਇਆ ਤੇ ਕਹਿੰਦਾ ਸ਼ਾਦੀ ਵੀ ਜਿਹੜੀ ਹੈ ਬੜੀ ਧੂਮ ਧਾਮ ਨਾਲ ਕੀਤੀ, ਰੱਜ ਅਸਾਂ ਚਾਹ ਕੀਤੇ। ਕਹਿੰਦਾ ਇਸੇ ਤਰ੍ਹਾਂ ਸਾਡੇ ਚਾਹ ਜਿਹੜੇ ਨੇ ਉਹ ਪੂਰੇ ਹੋਏ। ਕਹਿੰਦਾ ਇਸ ਵੇਲੇ ਘਰ ਆ ਗਈ ਦੁਲਹਨ ਤੇ ਕਹਿੰਦਾ ਉਹ ਕੁੜੀ ਅਕਸਰ ਜਿਹੜਾ ਲੜਾਈ ਝਗੜਾ ਲਾਈ ਰੱਖਦੀ ਸੀ। ਮੈਂ ਨਿੱਕੇ ਨੂੰ ਸਮਝਾਇਆ ਕਿ ਤੂੰ ਆਪਣੀ ਜ਼ਨਾਨੀ ਨੂੰ ਸਮਝਾ ਕੇ ਇਹ ਕੰਮ ਨਾ ਕਰੇ ਜਿਹੜਾ ਘਰ 'ਚ ਲੜਾਈ ਵਾਲਾ ਕੰਮ ਕਰੇ। ਕਹਿੰਦਾ ਭਾਈ ਢੇਰ ਸਮਝਾਣਾ ਲੇਕਿਨ ਇਹ ਗੱਲ ਕੋਈ ਨਹੀਂ ਸਮਝਦੀ। ਕਹਿੰਦਾ ਮੈਂ ਕਿਹਾ ਚੱਲ ਸਹੀ ਹੈ ਜੋ ਵੀ ਕਰਦੀ ਹੈ, ਲੇਕਿਨ ਤੂੰ ਆਪਣੇ ਦਿਮਾਗ ਤੇ ਕੋਈ ਗੱਲ ਨਹੀਂ ਲੈਣੀ ਆਪਣੀ ਭਾਬੀ ਦੇ ਬਾਰੇ ਤੇ ਆਪਣੀ ਅੰਮਾ ਦੇ ਬਾਰੇ। ਉਹਨੇ ਆਖਿਆ ਠੀਕ ਹੈ ਭਾਈ ਮੈਂ ਕਿਉਂ ਲੈਣੀ ਆ, ਮੈਨੂੰ ਤੇ ਸਾਰੀ ਗੱਲ ਦਾ ਪਤਾ ਹੈ। ਕਹਿੰਦਾ ਇਸੇ ਤਰ੍ਹਾਂ ਸਾਡਾ ਟਾਈਮ ਗੁਜ਼ਰਦਾ ਸੀ ਪਿਆ ਕਿ ਲੇਕਿਨ ਕਹਿੰਦਾ ਮੇਰੇ ਅੰਦਰ ਪਿਆਰ ਜਿਹੜਾ ਭਰਾ ਵਾਸਤੇ ਉਸੇ ਤਰ੍ਹਾਂ ਹੀ ਸੀ। ਕਹਿੰਦਾ ਹੋਇਆ ਇੰਜ ਕਿ ਅਚਾਨਕ ਮੈਨੂੰ ਘਰੋਂ ਫੋਨ ਆਇਆ ਕਿ ਰਾਤ ਪੂਰੀ ਗੁਜ਼ਰ ਗਈ ਹੈ, ਤੁਹਾਡਾ ਭਾਈ ਜਿਹੜਾ ਉਹ ਘਰ ਨਹੀਂ ਆਇਆ। ਕਹਿੰਦਾ ਮੈਂ ਕਿਹਾ ਗਿਆ ਕਿੱਧਰ ਆਣਾ, ਉਹ ਤੇ ਬਾਹਰ ਕਿਧਰੇ ਰਹਿੰਦਾ ਹੀ ਨਹੀਂ ਹੈ। ਕਹਿੰਦਾ ਉਹਨਾਂ ਨੇ ਅੱਗੋਂ 2 ਦਿਹਾੜੇ ਇਸ ਤਰ੍ਹਾਂ ਗੁਜ਼ਰ ਗਏ ਲੇਕਿਨ ਨਿੱਕੇ ਭਰਾ ਮੇਰੇ ਦਾ ਕੋਈ ਨਾ ਪਤਾ ਲੱਗਾ। ਕਹਿੰਦਾ ਅੱਗੋਂ ਪਿੱਛੋਂ ਸਾਰੇ ਪਾਸੋਂ ਪਤਾ ਕੀਤੇ ਨੇ। ਕਹਿੰਦਾ ਉਹਦੀ ਜ਼ਨਾਨੀ ਵੀ ਰੋਈ ਜੇ, ਉਹ ਚੁੱਪ ਹੀ ਕੋਈ ਨਹੀਂ ਸੀ ਕਰਦੀ ਪਈ। ਕਹਿੰਦਾ ਮੈਂ ਕਿਹਾ ਚੁੱਪ ਕਰ ਜਾ, ਆਪੇ ਆ ਜਾਏਗਾ ਘਰ ਵਾਪਸ। ਕਹਿੰਦਾ ਕਾਫੀ ਦਿਹਾੜੇ ਗੁਜ਼ਰ ਗਏ ਨਾ ਜਿਸਲੇ ਪਤਾ ਲੱਗਾ। ਕਹਿੰਦਾ ਮੈਂ ਕਿਹਾ ਜਾਓ ਜਾ ਕੇ ਪੁਲਿਸ 'ਚ ਰਿਪੋਰਟ ਕਰਾਓ। ਕਹਿੰਦਾ ਪੁਲਿਸ 'ਚ ਰਿਪੋਰਟ ਕਰਾਈ ਤੇ ਪੁਲਿਸ ਵਾਲਿਆਂ ਵੀ ਅੱਗੋਂ ਪਿੱਛੋਂ ਪਤਾ ਕੀਤਾ। ਉਹਨੇ ਆਖਿਆ ਜੀ ਸਾਨੂੰ ਕੋਈ ਪਤਾ ਨਹੀਂ ਲੱਗਾ, ਕਿਧਰੇ ਅਗਾ ਪਿਛਾ ਉਹ ਟੁਰ ਗਏ ਹੈ। ਕਹਿੰਦਾ ਬਾਰਾ ਟਾਈਮ ਗੁਜ਼ਰ ਗਿਆ, ਮੈਂ ਅੱਗੋਂ ਆਖਿਆ ਕਿ ਨਹੀਂ ਮੈਂ ਪਾਕਿਸਤਾਨ
ਪਾਕਿਸਤਾਨ ਆਉਣਾ, ਆਪੂ ਆ ਕੇ ਜਿਹੜਾ ਨਾ ਪਤਾ ਕਰਨਾ ਹੈ। ਕਹਿੰਦਾ ਮੈਂ ਟਿਕਟ ਕਰਾਈ ਤੇ ਪਾਕਿस्तान आ गया। कहता इसलिए पाकिस्तान आया, घर बड़ी परेशानी बनी, इहदी जनानी रोई जे, चुप करे ही कोना। कहता पुलिस वाले को मैं गया, उन्हें कहा जी असा ढेर पता किया लेकिन सानू नहीं पता वो किसी पासे अगा पिछा टुर गए है। कहता पर मैं कहा चलो अगा पिछा गया फिर तो कोई नहीं मसला भी कि एक्सीडेंट वगैरह ना हो गया होवे सू। कहता घर बैठे सा ते जनानी इहदी रोन लगी सी ते मेरी जनानी आखदी है कि जिहड़ी इहदी बीवी है तको इहदे हत्थ च ना अंगूठी है ना कन्नां च वालियां ने, गईयां किधर ने इहदियां। कहता जिसले उहदे कोलों पुछया भी किधर गईयां ने तेरियां वालियां ते अंगूठी वगैरह, उन्हें आख्या जी ये तुहाडा भाई लै गया सी। उन्हें आख्या तू दस्सिया क्यों नहीं, वो लै गया। कहता मैं मुतमिन हो गया, जरूर किसी पासे टुर गया तां ही इहदा जेवर लैके गया। कहता उन्होंने पुछया कि दूसरा जेवर कित्थे है, वो जेवर भी लै गया। कहता मैं बड़ा परेशान होया, ये किस तरह हो सकदा सारा जेवर लैके, वो तो इस तरह दा है ही नहीं। कहता बहरहाल मैं चुप कर गया। कहता 2-4 दिहाड़े गुजरे तो मैं अगू इसके घर उत्थे टुर गया। कहता उहदे सावरे टुर गया। कहता जिस सावरे जाके उन्होंने घर बैठा रहा, मैं काफ़ी देर उन्होंने पूछा कि तुहानू अगर कोई पता है, कोई दस के गया, फिर भी उन्होंने कहा जी सानू कोई पता नहीं, असी आपू कुड़ी वास्ते बड़े परेशान है, इस तरह सारा जेवर भी लै गया तो परत के आई नहीं, गया किधर है, किधरे होर शादी तो नहीं कर ली। कहता मैं क्या इस तरह नहीं वो करता, मैनू पता अपने निक्के भरा दा, तुसी परेशान ना होवो। कहता पर मैं तू उन्होंने घरों निकलिया तो कहता सामने दुकान सी। कहता मैं उहदे कोल आके खलो गया। कहता जो ही मैं उहदे कोल आके खलोता मैं उन्होंने पूछया कि इस तरह यार मेरा निक्का भरा थे हमने। कहता भाई जी मैं उन्होंने जानना, चंगी भली मेरी तो उहदी गलबात होंदी सी लेकिन मैं काफ़ी दिनों तो उन्होंने नहीं देखा, वो पता नहीं किधर गया। कहता मैं उत्थे ही बैठिया सा ये सामने उहदी दुकान दे। कहता अचानक मैं देखा जिहड़ा उन्हां दी सामने नाली है उहदे पैप दे उत्ते ना खून लगे आ। कहता मैं कोलू जाके से देखा सारा पैप अगू पिछू जो खूनो खून होया ते जिहड़ी नाली चू पानी डिगदा ना ते सामने कंध ते भी खून दे छिट्टे पे सी। कहता मैं देख के ना एक बारी मेरा जिहड़ा दिल हिल गया, मैनूं इंज लगा कि मेरा अपना ही खून है। कहता दिल मेरा जिहड़ा ना एक बारी विचों डर गया। कहता जो मैं दुकान वाले को पहुंचा तो मैं इंज घबरा गया। तो कहता उन्हें मैनूं फटोफट बिठाया, उन्हें कहा भाई जी खैर हो गया। उन्हें कहा यार खैर ही है। कहता भाई जी अंदर टुर जाओ उन्होंने घर। कहता मैं कहा नहीं अंदर नहीं मैं जाना, मैनूं इत्थे बिठा, पानी पिला। कहता उन्हें पानी पिलाया तो कहता पानी पी के ना तो मैनूं इंज लगे कि मेरा खून जिहड़ा ना वो लगी है उत्थे ते मैनूं इस तरह ही लग रहा सी। कहता बहरहाल कहता थोड़ी देर उत्थे मैं खलोता, उस तो बाद थोड़ा मैं बेहतर होया। कहता उत्थे टुर के तो मैं सीधा थाने आ गया। कहता जिसले मैं थाने आया उन्होंने मैं आके आख्या कि इस तरह मैं तुहाडे नाल गलबात करना चाहना। कहता दस के ही। कहता मैं क्या इस तरह मैं उन्होंने घर गया भरा दे सावरियां दे ते देखिया उन्हां दी नाली दा जिहड़ा बाहर पैप है उहदे नाल खून लगे है ते दीवार ते भी इस तरह खून लगे है। उन्हें आख्या कि लगदा तैनूं कि उहदा खून है। उन्हें कहा बिल्कुल मैनूं लगदा कि उहदा ही खून है, उंज इतना खून कित्थों होना सी उन्हां दे घर। उन्हें कहा ठीक है कोई ना घबरा तू, असीं इनकुआरी कर लैने आ। कहता जिसले पुलिस वाले आए नाल वो लैबार्टरी वाला लैके आए। कहता उन्हें आके जिसले पैप दे अगू पिछू जिहड़े टेस्ट ले उन्हें कहा वाकई ये जिहड़ा बंदे दा खून है। कहता मेरे ते अंदर घोटां पैण लग पईआं, अल्लाह खैर करे हो घेरिया है। कहता जो ही अंदर के ते अगू दोए भरा घर को नहीं सी। कहता एक नलकियां दा काम करदा सी, दूजा रेहड़ी लांदा सी। कहता पुलिस वाले ने पूछया है कित्थे ने। कहता फटोफट उन्होंने फड़ के जिसले घर लिआंदा। कहता अगू वो भी घबराए सी बड़े ना। कहता वो अगू सीधी गल नहीं सी करदे। पुलिस वाले ने दसो कित्थे है। कहता अगू वो गल नहीं सी करदे। कहता अगू आंदे इहदी जनानी लैके आओ। कहता वो साडे घर सी। कहता जिसले उन्होंने लैके घर आए तो उहदा रंग भी फक होया पिया सी, उहदे मूँह चों गल ही कोई सी निकलदी पई। उन्हें आख्या हाँ बई कुड़िए तू दस तैनूं कोई पता है अपने हावन दे बारे च। उन्हें आख्या जी मैनूं कोई पता नहीं है, तू घरों गया सी मेरे को जेवर सारा लै गया सी। उन्हें आख्या तो असीं हुण पुछ लवांगे। कहता बार उन्होंने दोवां त्रवां नूं फड़ के ते थाने लै गए। कहता मगर मैं भी टुर गया। मैं क्या अल्लाह करे झूठ ही होवे, इस तरह की कोई गल ना होवे। कहता मैं उत्थे कुर्सी ते बैठिया तो काफ़ी देर उन्होंने कोलों अंदर इनकुआरी करते रहे। कहता पुलिस वाला आया मेरे मोढे ते हत्थ रख के कहता जवान हौसला कर। कहता मैं क्या की होया। उन्हें आख्या जी तेरे निक्के भरा नूं इन्हां कतल कर दिता। कहता मैनूं ते इंज लगा कि मेरे पैरां थल्लों जमीन ही निकल गई है। कहता मैनूं ते समझ ना आवे कि इन्हां कीता की है, किस वजह तो कीता होवे। उन्हें आख्या वजह जिहड़ी है वो सारी असां पता कर ली। उन्हें आख्या की वजह है। उन्हें आख्या वजह यह होई है कि जिहड़ा जेवर है ना ये जिहड़ी उहदी बीवी है अपने भरावां नूं देना चाहती सी सारा, ते उन्हें मना कीता सी। उन्हें आख्या खबरदार तू जेवर दिता है मेरे भरा ने पाया, उहदी अमानत है ते मैं उन्होंने वापस करनी है। इस वजह तो इन्हां दी आपे च बहस हुई है ते उहदी जनानी जिहड़ी है जबरदस्ती जाके अपने भरावां नूं जेवर दे आई सी ते ये मगर गया उन्हां कोलों उत्थों जेवर लैण। जिसले जेवर लैण उत्थे गया ते उन्हां अगू लड़ाई कीती है, सिर च डंडा मारिया ने ढै पिया ते इन्हां अगू गुसलखाने च खड़ के ते उन्होंने जिहड़ा मार दिता है, उन्होंने कतल करके ते उस तो बाद अंदर जिहड़ा कमरा है
ਉਹਦੇ 'ਚ ਕੱਢ ਕੇ ਖੱਡਾ ਤੇ ਉਹਦੇ 'ਚ ਦਫਨਾ ਦਿੱਤਾ। ਉਹ ਆਂਦੇ ਜਿਸ ਵੇਲੇ ਉੱਥੇ ਗਏ ਜਾ ਕੇ ਤੱਕਿਆ ਫਰਸ਼ ਨਵਾਂ ਪਿਆ ਸੀ। ਕਹਿੰਦਾ ਜਿਸ ਵੇਲੇ ਫਰਸ਼ ਪੱਟੀ ਉਹਨੇ ਤੇ ਥੱਲੇ ਮੇਰੇ ਭਰਾ ਦੀ ਬਾਡੀ ਨਿਕਲੀ। ਕਹਿੰਦਾ ਮੇਰਾ ਤੇ ਕੱਖ ਪੱਲੇ ਨਾ ਰਿਹਾ। ਕਹਿੰਦਾ ਅੰਮਾ ਨੂੰ ਪਤਾ ਲੱਗਾ, ਅੰਮਾ ਦੀ ਉੱਥੇ ਹੀ ਢਹਿ ਪਏ। ਕਹਿੰਦਾ ਜ਼ਾਹਰੀ ਗੱਲ ਆ ਸਾਡੇ ਤੇ ਬਹੁਤ ਵੱਡਾ ਹਾਦਸਾ ਹੋ ਗਿਆ ਸੀ। ਕਹਿੰਦਾ ਨਿੱਕਾ ਜਿਗਰ ਸੀ ਮੇਰਾ, ਮੈਂ ਤੇ ਉਹਦੇ ਬਗੈਰ ਰਹਿ ਨਹੀਂ ਸੀ ਸਕਦਾ। ਕਹਿੰਦਾ ਮੈਨੂੰ ਆਂਦੇ ਇਹਨਾਂ ਜ਼ੇਵਰ ਵਾਸਤੇ ਐਡਾ ਵੱਡਾ ਕੰਮ ਕਰ ਦਿੱਤਾ। ਮੈਂ ਕਿਹਾ ਇਹਨਾਂ ਨੂੰ ਸ਼ਰਮ ਹੀ ਨਹੀਂ ਆਈ ਕਿ ਜੇ ਆਖਦੇ ਅਸਾਂ ਉਂਝ ਹੀ ਜ਼ੇਵਰ ਦੇ ਦੇਣਾ ਸੀ, ਮਾਰਨ ਦੀ ਕੀ ਲੋੜ। ਨਿੱਕਾ ਸਿਰਫ ਇਸ ਵਜ੍ਹਾ ਤੂੰ ਕਰਦਾ ਪਿਆ ਕਿ ਭਾਈ ਮੇਰੇ ਨੇ ਪਾਏ ਹੈ, ਇਹ ਨਾ ਹੋਵੇ ਮੇਰੇ ਭਾਈ ਦੇ ਦਿਲ 'ਚ ਕੋਈ ਗੱਲ ਜਾਏ। ਉਹਨੂੰ ਕਰਮ ਵਾਲੇ ਨੂੰ ਕੀ ਪਤਾ ਕਿ ਭਾਈ ਆਪਣੀ ਜਾਨ ਵੀ ਤੈਨੂੰ ਦੇ ਸਕਦਾ, ਤੇਰੇ ਬਗੈਰ ਤੇ ਉਹ ਰਹਿ ਨਹੀਂ ਸਕਦਾ। ਲੇਕਿਨ ਕਹਿੰਦਾ ਉਹਨਾਂ ਨੇ ਮਾਰ ਦਿੱਤਾ ਮੇਰਾ ਨਿੱਕਾ ਭਰਾ ਤੇ ਮੈਂ ਜਿਹੜਾ ਜ਼ਿੰਦਗੀ 'ਚ ਫੇਰ ਇਕੱਲਾ ਹੋ ਗਿਆ। ਕਹਿੰਦਾ ਮੇਰੇ ਅੰਦਰੋਂ ਉਹ ਗਮ ਨਹੀਂ ਜਾਂਦਾ। ਜਿਸ ਵੇਲੇ ਮੇਰੇ ਅੰਦਰ ਉਹ ਗੱਲ ਆਉਂਦੀ ਹੈ, ਕਹਿੰਦਾ ਮੇਰੇ ਅੰਦਰ ਇੰਜ ਦੀ ਘਬਰਾਹਟ ਉੱਠਦੀ ਹੈ, ਦਿਲ ਕਰਦਾ ਕਿ ਇਸ ਦੁਨੀਆ ਤੋਂ ਹੀ ਟੁਰ ਜਾ। ਕਹਿੰਦਾ ਨਿੱਕੇ ਨਿੱਕੇ ਬੱਚੇ ਨੇ, ਜ਼ਨਾਨੀ ਮੇਰੀ ਹੱਥ ਜੋੜਦੀ ਹੈ ਕਿ ਤੁਸੀਂ ਇਤਨੀ ਟੈਨਸ਼ਨ ਨਾ ਲਵਿਆ ਕਰੋ, ਇਹ ਨਾ ਹੋਵੇ ਤੁਹਾਨੂੰ ਕੁਝ ਹੋ ਜੇ। ਇਸ ਵਾਸਤੇ ਕਹਿੰਦਾ ਮੈਨੂੰ ਹੌਸਲਾ ਦਿੰਦੀ ਰਹਿੰਦੀ ਹੈ, ਪਰ ਜ਼ਿੰਦਗੀ ਮੇਰੀ ਗੁਜ਼ਰ ਰਹੀ ਹੈ। ਲੇਕਿਨ ਨਿੱਕਾ ਭਰਾ ਮੈਨੂੰ ਬੜਾ ਯਾਦ ਆਉਂਦਾ, ਮੇਰਾ ਦਿਲ ਤੇ ਉਹ ਜਾਨ ਸੀ। ਬਾਕੀ ਇਹ ਕਿ ਇਸ ਤਰ੍ਹਾਂ ਦੇ ਛੋਟੇ ਛੋਟੇ ਮੋਟੇ ਕੇਸ ਜਿਹੜੇ ਨੇ ਇਹਨਾਂ ਤੋਂ ਐਡਾ ਵੱਡਾ ਕਦਮ ਨਹੀਂ ਉਠਾਉਣਾ ਚਾਹੀਦਾ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤੇ ਕੋਸ਼ਿਸ਼ ਕਰਿਆ ਕਰੋ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।